ਅਨਸੈਟੀਸਫਾਈਡ ਦੇ ਜਵਾਬ ਮਿਲੇ ਜਿਹੜੇ ਕਿ ਮੇਰੀ ਸਮਝ ਤੋਂ ਬਾਹਰ ਸੀ। ਹਰ ਜ਼ਿਲ੍ਹੇ ਦਾ ਡੀਸੀ ਉਸ ਦਾ ਚੇਅਰਮੈਨ ਹੈ। ਕਾਊ ਸੈਸ ਕਮਿਸ਼ਨ ਕੀ ਕਰ ਰਿਹਾ ਮੇਰੀ ਸਮਝ ਤੋਂ ਬਾਹਰ। ਇਹਨਾਂ ਦਾ ਮੈਂ ਸਭ ਤੋਂ ਪਹਿਲਾਂ ਸਵਾਲ ਕੀਤਾ ਕਿ ਸਰਕਾਰ ਦੁਆਰਾ ਸੰਚਾਲਿਤ ਜਿੰਨੀਆਂ ਗਊਸ਼ਾਲਾ ਦੇ ਕਰਮਚਾਰੀ ਕਿੰਨੇ ਨੇ, ਉਹਨਾਂ ਨੂੰ ਕਿਹਨੇ ਨਿਯੁਕਤ ਕੀਤਾ, ਉਹਨਾਂ ਨੂੰ ਕੀ ਕੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ। ਰਾਸ਼ਟਰੀ ਹਿੰਦੂ ਸੰਘ ਸ਼ਕਤੀ ਸੈਨਾ ਦੇ ਪੰਜਾਬ ਪ੍ਰਧਾਨ ਅਜੇ ਸ਼ਰਮਾ ਨੇ ਇੱਕ ਆਰਟੀਆਈ ਦੇ ਤਹਿਤ ਪੰਜਾਬ ਦੀਆਂ ਗਊਸ਼ਾਲਾਵਾਂ ਦੀ ਫੰਡਾਂ ਦੀ ਹੋ ਰਹੀ ਦੁਰਵਰਤੋਂ ਉੱਤੇ ਅਹਿਮ ਖੁਲਾਸੇ ਕੀਤੇ ਨੇ। ਇੱਕ ਪ੍ਰੈਸ ਕਾਨਫਰੰਸ ਦੌਰਾਨ ਯੂਥ ਆਗੂ ਨੇ ਦੱਸਿਆ ਹੈ ਕਿ ਸਰਕਾਰ ਵੱਲੋਂ ਗਊ ਸੈਸ ਦੇ ਨਾਮ ਉੱਤੇ ਟੈਕਸ ਤਾਂ ਵੱਡੇ ਪੱਧਰ ਤੇ ਇਕੱਠੇ ਕੀਤੇ ਜਾ ਰਹੇ ਨੇ, ਪਰ ਉਹਨਾਂ ਨੂੰ ਕਿਸੇ ਵੀ ਕਿਸਮ ਉੱਤੇ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਉਹਨਾਂ ਨੇ ਗਊ ਸੈਸ ਦੇ ਨਾਮ ਉੱਤੇ ਹੋ ਰਹੇ ਘਪਲਿਆਂ ਸੰਬੰਧੀ ਵੀ ਅਹਿਮ ਖੁਲਾਸੇ ਕੀਤੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਅਜੇ ਸ਼ਰਮਾ, ਪੰਜਾਬ ਪ੍ਰਧਾਨ ਰਾਸ਼ਟਰੀ ਹਿੰਦੁਸਤਾਨ ਸ਼ਕਤੀ ਦਲ ਤੋਂ। ਅੱਜ ਅਸੀਂ ਇੱਕ ਬੜੀ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਜਿਸ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਕਾਊ ਸੈਸ ਨੂੰ ਲੈ ਕੇ ਲੁੱਟ ਮਚਾਈ ਜਾ ਰਹੀ ਹੈ ਉਹਦੇ ਬਾਰੇ ਜਾਣਕਾਰੀ ਤੱਥ ਦੇ ਆਧਾਰ ਤੇ ਮੈਂ ਦੇਣ ਦੀ ਕੋਸ਼ਿਸ਼ ਕਰ ਰਿਹਾ। ਇਸ ਲੜਾਈ ਨੂੰ ਮੈਂ ਤਕਰੀਬਨ 1.5-2 ਸਾਲ ਲੜਿਆ, ਉਸ ਤੋਂ ਬਾਅਦ ਜਾ ਕੇ ਜਾਣਕਾਰੀਆਂ ਕਿਤੇ ਬਾਹਰ ਆਈਆਂ ਨੇ। ਪੰਜਾਬ ਦੇ ਵਿੱਚ ਗਊਸ਼ਾਲਾ ਜਾਂ ਕਾਊ ਸੈਸ ਦੇ ਨਾਮ ਤੇ ਬਹੁਤ ਵੱਡੇ ਘਪਲੇ ਹੋ ਰਹੇ ਨੇ, ਇਹੋ ਜਿਹਾ ਮੈਨੂੰ ਆਰਟੀਆਈ ਦੇ ਜਵਾਬ ਤੋਂ ਲੱਗ ਰਿਹਾ। ਔਰ ਜਦੋਂ ਇਹ ਤੱਥ ਤੁਹਾਡੇ ਸਾਹਮਣੇ ਆਉਣਗੇ ਤੇ ਮੇਰੇ ਖਿਆਲ ਨਾਲ ਤੁਸੀਂ ਵੀ ਇਹੀ ਸੋਚੋਗੇ। ਸੋ ਅੱਜ ਮੈਂ ਸਭ ਤੋਂ ਪਹਿਲਾਂ ਦੱਸਦਾ, ਮੈਂ ਇੱਕ ਆਰਟੀਆਈ ਪਾਈ ਸੀਗੀ ਜਿਸ ਦੇ ਵਿੱਚ ਮੈਂ ਇਹਨਾਂ ਨੂੰ ਪੁੱਛਿਆ ਸੀਗਾ ਵੀ ਪੰਜਾਬ ਦੇ ਵਿੱਚ ਜਿਹੜਾ ਕਾਊ ਸੈਸ ਤੁਸੀਂ ਲਾਇਆ ਆ, ਉਹ ਕਾਊ ਸੈਸ ਕਿਵੇਂ ਵਰਕ ਕਰਦਾ ਆ, ਉਹਦੀ ਰੂਟੀਨ ਕੀ ਆ। ਉਹ ਜਦੋਂ ਮੈਂ ਦੇਖਿਆ ਮੈਨੂੰ ਬੜੇ ਅਨਸੈਟੀਸਫਾਈਡ ਜਿਹੇ ਜਵਾਬ ਮਿਲੇ ਜਿਹੜੇ ਕਿ ਮੇਰੀ ਸਮਝ ਤੋਂ ਬਾਹਰ ਸੀਗੇ। ਉਹ ਕਦੀ ਮੇਰੇ ਤੋਂ ਆਈਡੀ ਪ੍ਰੂਫ ਮੰਗਦੇ ਨੇ, ਕਦੀ ਕੁਛ ਮੈਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਬਟ ਆਫਟਰ ਦੈਟ ਮੈਨੂੰ ਫਾਈਨਲੀ ਉਹਦਾ ਜਵਾਬ ਆਣੇ ਸ਼ੁਰੂ ਹੁੰਦੇ ਨੇ। ਔਰ ਪਹਿਲਾ ਜਵਾਬ ਜਿਹੜਾ ਆਇਆ ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗਾ ਕਿ ਕਾਊ ਸੈਸ ਐਕਟ ਹੈ ਕੀ ਐਕਚੁਅਲ ਦੇ ਵਿੱਚ ਜੀ। ਔਰ ਉਹ ਜਾਣਕਾਰੀ ਜਿਹੜੀ ਉਹ ਮੈਂ ਤੁਹਾਨੂੰ ਦੱਸਣ ਲੱਗਾ ਕਿ ਕਾਊ ਸੈਸ ਦੇ ਵਿੱਚ ਕਿਵੇਂ ਲੁੱਟ ਮਚਾਈ ਜਾ ਰਹੀ ਹੈ। ਸਭ ਤੋਂ ਪਹਿਲਾਂ ਤੁਸੀਂ ਯਕੀਨ ਮੰਨੋਗੇ, ਮੈਂ ਇਹਨਾਂ ਨੂੰ ਪੁੱਛਿਆ, ਮੇਰਾ ਪਹਿਲਾ ਸਵਾਲ ਸੀਗਾ ਵੀ ਕਾਊ ਸੈਸ ਐਕਟ ਹੈ ਕੀ ਆ। ਉਹ ਜਦੋਂ ਐਕਟ ਦੀ ਕਾਪੀ ਮੇਰੇ ਕੋਲ ਆਈ ਤੇ ਉਹ ਮੈਂ ਇੱਕ ਵਾਰ ਦਿਖਾਉਣਾ ਚਾਹੂੰਗਾ ਕਿ ਉਹ ਐਕਟ ਦੀ ਕਾਪੀ ਜਦੋਂ ਮੇਰੇ ਕੋਲ ਆਈ ਤੇ ਉਹ ਐਕਟ ਨੂੰ ਪੜ੍ਹ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਉਹ ਐਕਟ ਕੀ ਕਹਿੰਦਾ ਆ ਕਿ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਸਰਕਾਰ ਨੇ 21 ਅਕਤੂਬਰ 2014 ਦੇ ਵਿੱਚ ਰਾਜਪਾਲ ਦੀ ਲੈਟਰ ਨੰਬਰ ਨਾਲ ਦਿੱਤਾ ਹੋਇਆ ਵਾ ਇੱਕ ਕੈਟਲ ਪਾਊਂਡ ਕਮੇਟੀ ਦਾ ਗਠਨ ਕੀਤਾ ਸੀਗਾ 2014 ਦੇ ਵਿੱਚ, ਜਿਹਦਾ ਸਰਕਾਰੀ ਨੋਟੀਫਿਕੇਸ਼ਨ ਦੀ ਕਾਪੀ ਮੇਰੇ ਕੋਲ ਆ। ਔਰ ਉਹਦੇ ਵਿੱਚ ਉਹਨਾਂ ਨੇ ਜਿਹੜੀ ਕੈਟਲ ਪਾਊਂਡ ਕਮੇਟੀ ਬਣਾਈ ਸੀ, ਹਰ ਜ਼ਿਲ੍ਹੇ ਦਾ ਡੀਸੀ ਉਸ ਦਾ ਚੇਅਰਮੈਨ ਹੋਏਗਾ। ਹਰ ਜ਼ਿਲ੍ਹੇ ਦਾ ਡੀਸੀ ਉਹਦਾ ਚੇਅਰਮੈਨ ਹੋਏਗਾ ਔਰ ਉਹਦੇ ਵਿੱਚ ਐਸਐਸਪੀ ਔਰ ਆਪਣੇ ਪੰਚਾਇਤ ਅਫਸਰ, ਪਸ਼ੂ ਪਾਲਣ ਵਿਭਾਗ, ਡੇਅਰੀ ਵਿਕਾਸ, ਐਸਡੀਐਮ, ਤਹਿਸੀਲਾਂ ਦੇ ਇਹ ਸਾਰੇ ਕਾਰਪੋਰੇਸ਼ਨ ਦੇ ਮੈਂਬਰ ਜਿਹੜੇ ਉਸ ਕਮੇਟੀ ਦੇ ਮੈਂਬਰ ਹੋਣਗੇ। ਔਰ ਉਸ ਤੋਂ ਇਲਾਵਾ 10 ਪ੍ਰਾਈਵੇਟ ਐਨਜੀਓਜ਼ ਦੇ ਬੰਦੇ, ਗਊਸ਼ਾਲਾ ਦੇ ਬੰਦੇ, ਡੀਸੀ ਸਾਹਿਬ ਕੋਲੇ ਰਾਈਟ ਹੋਏਗਾ ਐਸ ਪਰ ਐਕਟ ਕਿ ਉਹ ਉਹਨਾਂ ਨੂੰ ਉਸ ਕਮੇਟੀ ਦੇ ਵਿੱਚ ਸ਼ਾਮਲ ਕਰ ਸਕਦੇ ਨੇ। ਇਹ ਜਦੋਂ ਮੈਂ ਦੇਖਿਆ, ਇਹਦਾ ਮਤਲਬ ਹਰ ਜ਼ਿਲ੍ਹੇ ਦੇ ਵਿੱਚ ਇੱਕ ਕੈਟਲ ਪਾਊਂਡ ਕਮੇਟੀ ਬਣਾਈ ਗਈ ਹੈ। ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਕੈਟਲ ਪਾਊਂਡ ਕਮੇਟੀ ਬਣਾਈ ਆ। ਇਹਦੀ ਜਾਣਕਾਰੀ ਸਾਨੂੰ ਪੰਜਾਬ ਸਰਕਾਰ ਦਾ ਇਹ ਐਕਟ ਦਿੰਦਾ ਆ, ਨੰਬਰ 1। ਨੰਬਰ 2 ਦੋਸਤੋ, ਉਹ ਐਕਟ ਨੇ ਕੰਮ ਕਿੱਦਾਂ ਕਰਨਾ, ਉਹ ਕਮੇਟੀ ਨੇ ਕੰਮ ਕਿੱਦਾਂ ਕਰਨਾ ਆ। ਉਹ ਕਮੇਟੀ ਨੇ ਹਰ ਜ਼ਿਲ੍ਹੇ ਦੇ ਵਿੱਚ 25 ਏਕੜ ਘੱਟੋ ਘੱਟ ਢੁਕਵੀਂ ਪੰਚਾਇਤੀ ਜ਼ਮੀਨ 33 ਸਾਲਾਂ ਦੇ ਲੀਜ਼ ਦੇ ਉੱਤੇ ਲਈ ਜਾਏਗੀ, ਨੋਮੀਨਲ ਦਰ ਦੇ ਉੱਤੇ। ਇਹ ਐਕਟ ਸਾਨੂੰ ਕਹਿੰਦਾ, ਯਾਨੀ ਕਿ ਹਰ ਜ਼ਿਲ੍ਹੇ ਦੇ ਵਿੱਚ ਇੱਕ ਸਰਕਾਰੀ ਗਊਸ਼ਾਲਾ ਜਾਂ ਕੈਟਲ ਪਾਊਂਡ ਕਮੇਟੀ 25 ਏਕੜ ਦੀ ਬਣਾਈ ਜਾਏਗੀ
ਹੁਣ ਤੁਸੀਂ ਸੋਚੋ ਕਿ ਹਰ ਜ਼ਿਲ੍ਹੇ ਦੇ ਵਿੱਚ 25 ਏਕੜ ਦੀ ਕੋਈ ਕੈਟਲ ਪਾਉਂਡ ਕਮੇਟੀ ਜਾਂ ਗਊਸ਼ਾਲਾ ਹੈ? ਮੇਰੇ ਖਿਆਲ 'ਚ ਤੇ ਨਹੀਂ ਹੈ। ਜੇ ਹੈਗੀਆਂ ਤੇ ਉਹਨਾਂ ਦੀ ਹਾਲਤ ਬੜੀਆਂ ਮਾੜੀਆਂ ਨੇ। ਕਿਉਂ? ਹੁਣ ਉਹਦੇ ਵਿੱਚ ਹੋਣਾ ਕੀ ਆ? ਉਹ ਕੈਟਲ ਪਾਉਂਡ ਕਮੇਟੀ ਜਿਹੜਾ ਸ਼ੈੱਡ ਬਣਾਉਣਾ ਉਹ ਇੰਨਾ ਵੱਡਾ ਹੋਣਾ ਚਾਹੀਦਾ ਜਿਹਦੇ ਵਿੱਚ ਘੱਟੋ ਘੱਟ 2000 ਜਾਨਵਰ ਦੇ ਰਹਿਣ ਦੇ ਯੋਗ ਉਹ ਥਾਂ ਹੋਵੇ। ਹੁਣ ਤੁਸੀਂ ਸੋਚੋ ਦੋਸਤੋ ਕਿ ਜੇ ਪੰਜਾਬ ਦੇ ਵਿੱਚ ਹਰ ਜਗ੍ਹਾ ਹਰ ਜ਼ਿਲ੍ਹੇ ਦੇ ਵਿੱਚ 2000 2500 ਜਾਨਵਰ ਜਿਹੜਾ ਅਵਾਰਾ ਤੁਰਿਆ ਫਿਰਦਾ, ਜੇ ਇਹ ਹਰ ਜ਼ਿਲ੍ਹੇ ਦੇ ਵਿੱਚ ਸ਼ੈੱਡ ਪਾ ਕੇ ਰੱਖਿਆ ਜਾਵੇ ਤੇ ਕੀ ਕਦੀ ਐਕਸੀਡੈਂਟ ਹੋਣਗੇ? ਮੈਂ ਨਹੀਂ ਸਮਝਦਾ। ਇਹਨਾਂ ਐਕਸੀਡੈਂਟ ਕਰਕੇ ਕਈ ਮਾਵਾਂ ਭੈਣਾਂ ਦੇ ਘਰ ਰੁਲ ਗਏ ਨੇ। ਅਸੀਂ ਆਪ ਦੇਖਦੇ ਹਾਂ, ਮੇਰੇ ਦੋਸਤ ਦੀ ਡੈਥ ਹੋਈ ਸੀਗੀ ਜਿਹਦੇ ਵਿੱਚ ਮੈਂ ਦੇਖਿਆ ਕਿ ਆਪਸ ਦੇ ਵਿੱਚ ਸੜਕਾਂ ਦੇ ਉੱਤੇ ਉਹ ਕਈ ਸਾਂਢ ਲੜ ਪੈਂਦੇ ਆ, ਕਦੇ ਗਊਸ਼ਾਲਾ ਕਰਕੇ, ਕਦੇ ਗਊਆਂ ਕਰਕੇ, ਕਦੇ ਬਛੜਿਆਂ ਕਰਕੇ, ਅਵਾਰਾ ਜਾਨਵਰਾਂ ਕਰਕੇ। ਕੱਲਾ ਨੁਕਸਾਨ ਜਿਹੜਾ ਵਾ ਉਹ ਫਾਈਨੈਂਸ ਦਾ ਨਹੀਂ, ਉਹ ਰੋਡਾਂ ਦਾ ਨਹੀਂ ਹੋ ਰਿਹਾ, ਉਹਦੇ ਨਾਲ ਕਈ ਮਿਣਕ ਵੀ ਮਰ ਰਹੇ ਨੇ, ਪਰਿਵਾਰ ਉੱਜੜ ਰਹੇ ਨੇ। ਪਰ ਸਰਕਾਰ ਇਸ ਗੱਲੋਂ ਨਹੀਂ ਜਾਗਦੀ, ਜਦਕਿ ਇਹ ਲੀਗਲ ਰਾਈਟ ਸਾਨੂੰ ਪੰਜਾਬ ਸਰਕਾਰ ਨੇ ਪਹਿਲਾਂ ਹੀ ਦਿੱਤਾ ਹੋਇਆ ਵਾ ਕਿ ਹਰ ਜ਼ਿਲ੍ਹੇ ਦੇ ਵਿੱਚ ਇਹਦੀ ਮੈਨੇਜਮੈਂਟ ਕਮੇਟੀ ਬਣੀ ਹੈ। ਉਸ ਤੋਂ ਬਾਅਦ ਇਹਦੇ ਵਿੱਚ ਹੁਣ ਕੰਮ ਕਿਹਨੇ ਕਰਨਾ ਹੈ? ਉਸ ਕਮੇਟੀ ਨੇ ਕਿਹਾ ਕਿ ਹਰ ਜ਼ਿਲ੍ਹੇ ਦੇ ਵਿੱਚ ਉਹਨਾਂ ਜਾਨਵਰਾਂ ਦੀ ਰੱਖ ਰਖਾਵ ਦੇ ਲਈ ਡਾਕਟਰਾਂ ਦੀ ਸਹਾਇਤਾ ਉਹ ਨਾਲ ਦਿੱਤੀ ਜਾਏਗੀ। ਸ਼ੈੱਡ ਜਿਹੜਾ ਉਹ ਕਮੇਟੀ ਬਣਾ ਕੇ ਦੇਗੀ, ਤੂੜੀ ਲਈ ਇੱਕ ਕਮਰਾ ਬਣਾ ਕੇ ਦੇਗੀ, ਚਾਰੇ ਦੇ ਲਈ ਇੱਕ ਕਮਰਾ ਬਣਾ ਕੇ ਦੇਗੀ, ਬਿਜਲੀ ਔਰ ਪਾਣੀ ਦੀ ਵਿਵਸਥਾ ਕਰੇਗੀ, 4 ਦੀਵਾਰੀ ਉਸ ਜਗ੍ਹਾ ਨੂੰ ਕੈਟਲ ਪਾਉਂਡ ਕਮੇਟੀ ਬਣਾਏਗੀ। ਉਸ ਤੋਂ ਇਲਾਵਾ ਉੱਥੇ ਇੱਕ ਚੌਕੀਦਾਰ ਦੇ ਰਹਿਣ ਦੀ ਉਹਦੀ ਸੈਲਰੀ ਔਰ ਉਹਦੇ ਰਹਿਣ ਦੀ ਵਿਵਸਥਾ ਜਿਹੜੀ ਆ ਉਹ ਸਾਰੀ ਕੈਟਲ ਪਾਉਂਡ ਕਮੇਟੀ ਕਰੇਗੀ, ਜਿਹੜੀ ਹਰ ਜ਼ਿਲ੍ਹੇ ਦੇ ਡੀਸੀ ਸਾਹਿਬ ਦੇ ਅੰਡਰ ਹੋਏਗੀ। ਹੁਣ ਤੁਸੀਂ ਆਪ ਸੋਚੋ ਕਿ ਉਹ ਕਿੰਨੀਆਂ ਕੁ ਇਹ ਪੰਜਾਬ ਦੇ ਵਿੱਚ ਇਹ ਕਮੇਟੀਆਂ ਚੱਲ ਰਹੀਆਂ ਨੇ ਔਰ ਕਿੰਨਾ ਕਿ ਇਹਨਾਂ ਦੇ ਉੱਤੇ ਕੰਮ ਮੈਨੂੰ ਤੇ ਕਿਤੇ ਨਹੀਂ ਦਿਸਦਾ। ਅਸੀਂ ਕਈ ਜਗ੍ਹਾ ਜਾ ਕੇ ਦੇਖੀਆਂ, ਕਿਤੇ ਉਹ ਜ਼ਮੀਨ ਘੱਟੋ ਘੱਟ ਮੈਂ 5 ਜ਼ਿਲ੍ਹੇ ਦਾ ਦੌਰਾ ਮੈਂ ਆਪ ਕੀਤਾ, ਜਿਹਦੇ ਵਿੱਚ ਮੈਨੂੰ 25 ਏਕੜ ਤੇ ਛੱਡੋ, ਕਈ ਜਗ੍ਹਾ ਤੇ ਮੈਨੂੰ 10 ਏਕੜ ਵੀ ਦੇਖਣ ਨੂੰ ਨਹੀਂ ਮਿਲੀ। ਜੇ ਕਿਤੇ ਜਗ੍ਹਾ ਮਿਲੀ ਉੱਥੇ ਸ਼ੈੱਡ ਨਹੀਂ ਮਿਲੇ। ਜੇ ਸ਼ੈੱਡ ਹੈਗੇ ਸੀ ਤੇ ਗਊਆਂ ਦੀ ਹਾਲਤ ਇੰਨੀ ਮਾੜੀ ਸੀ ਕਿ ਉਹ ਮੈਂ ਕਹਿੰਦਾ ਕਿ ਇਹਦੇ ਨਾਲੋਂ ਚੰਗਾ ਤੇ ਉਹਨਾਂ ਨੂੰ ਉਦਾਂ ਹੀ ਮਾਰ ਦਿਓ। ਜੇਕਰ ਗੱਲ ਕੀਤੀ ਜਾਵੇ, ਤੁਹਾਨੂੰ ਕੀ ਲੱਗਦਾ ਕਿ ਜਿਹੜੀ ਗਊ ਸੈਸ ਦੇ ਨਾਂ 'ਤੇ ਜਿਹੜੀ ਵੱਡੀ ਇੱਕ ਸਰਕਾਰ ਵੱਲੋਂ ਲੋਕਾਂ ਵੱਲੋਂ ਰਕਮ ਵਸੂਲੀ ਜਾ ਰਹੀ ਹੈ, ਕਿ ਉਸ ਰਕਮ ਦਾ ਬੇਫਜ਼ੂਲ ਹੀ ਮਤਲਬ ਵਸੂਲੀ ਜਾ ਰਹੀ ਹੈ? ਬਿਲਕੁਲ ਵਸੂਲੀ ਜਾ ਰਹੀ ਹੈ, ਬੇਵਸੂਲ ਕੀ ਮੈਂ ਕਹਿੰਦਾ ਬਿਲਕੁਲ। ਇਹ ਪੰਜਾਬ ਸਰਕਾਰ ਇੱਕ ਟੋਟਲੀ ਸ਼ਰੇਆਮ ਇੱਕ ਧੱਕਾ ਕਰ ਰਹੀ ਹੈ ਸਾਡੇ ਲੋਕਾਂ ਨਾਲ। ਦੇਖੋ 9 ਤਰ੍ਹਾਂ ਦੇ ਟੈਕਸ ਇਹਨਾਂ ਨੇ ਪੰਜਾਬ ਦੇ ਵਿੱਚ ਕਾਊ ਸੈਸ ਦੇ ਨਾਮ ਤੇ ਲਾਏ ਆ। ਉਸ ਟੈਕਸ ਕਿਹੜੇ ਨੇ? ਨੰਬਰ 1, ਜਿਹੜਾ ਪੰਜਾਬ ਦੇ ਵਿੱਚ ਦੇਸੀ ਔਰ ਅੰਗਰੇਜ਼ੀ ਸ਼ਰਾਬ ਵਿਕਦੀ ਹੈ, ਬੋਤਲ ਦੇ ਉੱਤੇ ਟੈਕਸ ਕਾਊ ਸੈਸ ਲੱਗਾ ਹੋਇਆ। 5 ਰੁਪਏ ਦੇਸੀ ਬੋਤਲ ਦੇ ਉੱਤੇ, 10 ਰੁਪਏ ਅੰਗਰੇਜ਼ੀ ਦੀ ਬੋਤਲ ਦੇ ਉੱਤੇ। ਡੀਜ਼ਲ ਔਰ ਪੈਟਰੋਲ ਦੇ ਟੈਂਕਰ ਦੇ ਉੱਤੇ ਕਾਊ ਸੈਸ ਲਾਇਆ ਹੋਇਆ ਵਾ। ਮੈਰਿਜ ਜਿਹੜੇ ਏਸੀ ਮੈਰਿਜ ਪੈਲੇਸ ਨੇ ਉਹਨਾਂ ਦੇ ਉੱਤੇ 1000 ਰੁਪਏ ਕਾਊ ਟੈਕਸ ਨੇ, ਔਰ ਜਿਹੜਾ ਨੋਨ ਏਸੀ ਪੈਲੇਸ ਆ ਉਹ ਤੇ 500 ਰੁਪਏ ਕਾਊ ਟੈਕਸ ਆ। ਜਿਹੜਾ 2 ਵੀਲਰ ਆਪਣੇ ਸਕੂਟੀ ਕੋਈ ਨਵਾਂ ਮੋਟਰਸਾਈਕਲ ਕੋਈ ਰਹਿੰਦਾ ਆ ਉਹਦੇ ਤੇ 500 ਰੁਪਇਆ ਔਰ 4 ਵੀਲਰ ਦੇ ਤੇ 1000 ਰੁਪਇਆ। ਬਿਜਲੀ ਦੇ ਬਿੱਲ ਤੇ ਪਰ ਯੂਨਿਟ 2 ਪੈਸੇ ਕਾਊ ਸੈਸ ਲੱਗਦਾ ਆ। ਠੀਕ, ਉਸ ਤੋਂ ਇਲਾਵਾ ਜਿਹੜੇ ਸੀਮੈਂਟ ਦਾ ਬੋਰਾ ਪੰਜਾਬ ਦੇ ਵਿੱਚ ਇੱਕ ਵਿਕਦਾ ਆ, ਇੱਕ ਬੋਰੇ ਤੇ 1 ਰੁਪਿਆ ਕਾਊ ਸੈਸ ਆ। ਤੁਸੀਂ ਅੰਦਾਜ਼ਾ ਲਾਓ ਕਿ ਪੰਜਾਬ ਦੇ ਵਿੱਚ ਕਿੰਨੀ ਸ਼ਰਾਬ ਵਿਕਦੀ ਆ, ਕਿੰਨੀਆਂ ਗੱਡੀਆਂ ਤੇ ਮੋਟਰਸਾਈਕਲ ਵਿਕਦੇ ਨੇ, ਔਰ ਕਿੰਨੇ ਵਿਆਹ ਹੁੰਦੇ ਨੇ, ਔਰ ਕਿੰਨੀਆਂ ਸੀਮੈਂਟ ਦੀਆਂ ਬੋਰੀਆਂ ਲੱਗਦੀਆਂ ਨੇ। ਤੇ ਇਹਦਾ ਅੰਦਾਜ਼ਾ ਲਾਓ ਕਿ ਪੰਜਾਬ ਦੇ ਵਿੱਚ ਪਰ ਡੇ ਜਾਂ ਪਰ ਮਹੀਨੇ ਜਾਂ ਇੱਕ ਫਾਈਨੈਂਸ਼ੀਅਲ ਈਅਰ ਦੇ ਵਿੱਚ ਕਿੰਨਾ ਕਾਊ ਸੈਸ ਇਕੱਠਾ ਹੁੰਦਾ। ਜੇ ਕਾਊ ਸੈਸ ਮੈਂ ਕਹਿੰਦਾ ਉਹਦਾ 50% 20% ਵੀ ਜੇ ਇਹਨਾਂ ਕੈਟਲ ਪਾਉਂਡ ਕਮੇਟੀਆਂ ਨੂੰ ਪਹੁੰਚਿਆ ਹੋਵੇ ਤੇ ਇੱਕ ਵੀ ਅਵਾਰਾ ਜਾਨਵਰ ਸਾਨੂੰ ਰੋਡ ਦੇ ਉੱਤੇ ਇਦਾਂ ਨਾ ਮਿਲੇ ਔਰ ਕੋਈ ਕਿਸੇ ਦੇ ਸਰੀਰ ਲਹੂ ਲੁਹਾਨ ਨਾ ਹੋਇਆ ਹੋਵੇ। ਜਿਹੜੀ ਤੁਸੀਂ ਪੰਜਾਬ ਦੇ ਪੱਧਰ ਤੇ ਕਿਹੜੀ ਆਰਟੀਆਈ ਦੀ ਮੰਗ ਕੀਤੀ ਹੈ ਕਿ ਮਤਲਬ ਆਰਟੀਆਈ ਤੁਹਾਡੇ ਕੋਲ ਆਈ ਹੱਥ 'ਚ, ਉਹਦੇ ਵਿੱਚ ਜੇ ਗੱਲ ਕੀਤੀ ਜਾਵੇ ਜ਼ਿਲ੍ਹੇ ਦੇ ਡੀਸੀ ਡਿਪਟੀ ਕਮਿਸ਼ਨਰ ਦੇ ਜੀ, ਉਹਨਾਂ ਦਾ ਵਿੱਚ ਇਸ ਗਊ ਸੰਭਾਲ ਦੇ ਵਿੱਚ ਕਿੰਨਾ ਕੁ ਯੋਗਦਾਨ ਹੁਣ ਤੱਕ? ਦੇਖੋ ਜੀ, ਉਹਨਾਂ ਦੇ ਵਿੱਚ ਜੋ ਮੈਂ ਇਸ ਤੋਂ ਬਾਅਦ ਮੈਂ ਸੋਚਿਆ ਵੀ ਮੈਂ ਪੰਜਾਬ ਸਰਕਾਰ ਨੂੰ ਇੱਕ ਆਰਟੀਆਈ ਮੈਂ ਹੋਰ ਪਾਈ, ਜਿਸ ਦੇ ਵਿੱਚ ਮੈਂ ਉਹਨਾਂ ਨੂੰ ਇਹ ਪੁੱਛਿਆ ਕਿ ਪੰਜਾਬ ਦੇ ਵਿੱਚ ਹਜੇ ਤੱਕ ਕਿੰਨਾ ਕਾਊ ਸੈਸ ਇਕੱਠਾ ਕੀਤਾ ਗਿਆ, ਇਸ ਗਊ ਸੈਸ ਕਮਿਸ਼ਨ ਨੇ ਕਿੰਨਾ ਕੁ ਕੰਮ ਕੀਤਾ, ਕਿੰਨੇ ਕੁ ਦੇਖਭਾਲ ਕੀਤੀ। ਮੈਂ ਤੁਹਾਨੂੰ ਉਹਦਾ ਇੱਕ ਵੱਖਰਾ ਮੈਂ ਉਹ ਤੇ ਇਸ ਤੋਂ ਵੀ ਜ਼ਿਆਦਾ ਵੱਡਾ ਹੈਰਾਨੀਜਨਕ ਵਾਲਾ ਕੰਮ ਆ। ਉਹਦੇ ਵਿੱਚ ਮੈਂ ਇਹਨਾਂ ਨੂੰ ਪਹਿਲਾਂ ਸਵਾਲ ਕੀਤਾ ਸੀਗਾ, ਆ ਮੇਰੀ ਆਰਟੀਆਈ ਸੀਗੀ ਜਿਹੜੀ ਮੈਂ ਪਾਈ ਹੈ ਜੀ, ਫਿਰ ਤੁਹਾਨੂੰ ਮੈਂ ਇਹਦਾ ਜਵਾਬ ਵੀ ਦੱਸੂਗਾ ਜੋ ਮੇਰੇ ਕੋਲ ਆਇਆ। ਮੈਂ ਇਹਨਾਂ ਨੂੰ ਪਹਿਲਾ ਸਵਾਲ ਇਹ ਪੁੱਛਿਆ ਕਿ ਪੰਜਾਬ ਦੇ ਵਿੱਚ ਸਰਕਾਰੀ ਕਿੰਨੀਆਂ ਗਊਸ਼ਾਲਾ ਚੱਲ ਰਹੀਆਂ ਨੇ, ਇਹਨਾਂ ਗਊਸ਼ਾਲਾ ਨੂੰ ਹਰ ਮਹੀਨੇ ਕਿੰਨਾ ਖਰਚ ਹੋ ਰਿਹਾ ਆ, ਉਹਦੇ ਵਿੱਚ ਪੰਜਾਬ ਸਰਕਾਰ ਕਿੰਨਾ ਕਰ ਰਹੀ ਹੈ ਔਰ ਪ੍ਰਾਈਵੇਟ ਕਿੰਨਾ ਆ ਰਿਹਾ। ਕੀ ਇਹਨਾਂ ਗਊਸ਼ਾਲਾ ਦੇ ਵਿੱਚ ਡਾਕਟਰ ਨਿਯੁਕਤ ਹੈਗੇ ਨੇ? ਕਿਉਂਕਿ ਪਸ਼ੂ ਜੇ ਬਿਮਾਰ ਹੋਣੇ ਆ ਉਹਨਾਂ ਤੋਂ ਬਿਮਾਰੀ ਫੈਲਣ ਦਾ ਡਰ ਆ ਤੇ ਡਾਕਟਰ ਤੇ ਹੋਣੇ ਚਾਹੀਦੇ ਆ, ਔਰ ਇਹੀ ਐਕਟ ਕਹਿੰਦਾ ਆ ਕਿ ਡਾਕਟਰ ਹੋਣਾ ਜ਼ਰੂਰੀ ਆ। ਲੇਕਿਨ ਇੱਥੇ ਜਦੋਂ ਉਹਨਾਂ ਦਾ ਜਵਾਬ ਆਇਆ, ਤੁਸੀਂ
मैं जनता ਨੂੰ ਦੱਸਣਾ ਚਾਹੁੰਦਾ ਕਿ ਹੈਰਾਨ ਹੋਣ ਵਾਲੇ ਤੱਥ ਮੇਰੇ ਸਾਹਮਣੇ ਆਏ ਨੇ। ਉਹਨਾਂ ਨੇ ਮੈਨੂੰ ਜਿੰਨੇ ਮੈਂ 8 ਸਵਾਲ ਪੁੱਛੇ ਔਰ ਉਹਨਾਂ ਨੇ 8 ਦੇ ਮੈਨੂੰ 8ਵਾਂ ਨੁਕਤਾ ਨੰਬਰ ਪਾ ਕੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ 8 ਸਵਾਲਾਂ ਦਾ ਜਵਾਬ ਕੀ ਆਇਆ। ਮੈਂ ਜਦੋਂ ਪਹਿਲਾ ਸਵਾਲ ਪੁੱਛਿਆ ਤਾਂ ਉਹਨਾਂ ਨੇ ਪਹਿਲਾ ਜਵਾਬ ਮੈਨੂੰ ਦਿੱਤਾ ਕਿ ਇਹ ਸੂਚਨਾ ਵਿਕਾਸ ਸ਼ਾਖਾ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਨਾਲ ਸੰਬੰਧਿਤ ਹੈ। ਤੇ ਜੇ ਪੰਜਾਬ ਨਾਲ ਸੰਬੰਧਿਤ ਹੈ ਫਿਰ ਕਾਊ ਸੈਸ ਕਮਿਸ਼ਨ ਕਿਉਂ ਬਣਾਇਆ ਗਿਆ? ਇਹਦਾ ਮਤਲਬ ਇਹ ਰਿਕਾਰਡ ਦੱਸੋ, ਗਊਸ਼ਾਲਾ ਦੇ ਕੋਲ ਇਹ ਰਿਕਾਰਡ ਹੀ ਨਹੀਂ ਹੈਗਾ, ਕਾਊ ਸੈਸ ਕਮਿਸ਼ਨ ਕੋਲ ਇਹ ਰਿਕਾਰਡ ਹੀ ਨਹੀਂ ਹੈਗਾ ਕਿ ਉਹਦੇ ਕੋਲ ਕਿੰਨੀ ਸਰਕਾਰੀ ਗਊਸ਼ਾਲਾ ਚੱਲ ਰਹੀਆਂ ਨੇ ਔਰ ਕਿੰਨੇ ਉਹਦੇ ਤੇ ਖਰਚਾ ਆ ਰਿਹਾ ਨੇ ਔਰ ਕਿਹੜੇ ਡਾਕਟਰ ਤੇ ਨਿਯੁਕਤ ਕੀਤੇ ਹੋ, ਇਹਦੀ ਜਾਣਕਾਰੀ ਕਾਊ ਸੈਸ ਕਮਿਸ਼ਨ ਕੋਲ ਹੀ ਨਹੀਂ ਹੈ। ਉਹ ਕਹਿੰਦੀ ਪੰਜਾਬ ਸਰਕਾਰ ਕੋਲ ਪੁੱਛ ਲਓ। ਤੇ ਮੈਂ ਪੁੱਛਣਾ ਚਾਹੁੰਦਾ ਵੀ ਕਾਊ ਸੈਸ ਕਮਿਸ਼ਨ ਕੀ ਪੰਜਾਬ ਸਰਕਾਰ ਨੇ ਨਹੀਂ ਬਣਾਇਆ? ਇਹ ਕੋਈ ਇਲੀਗਲ ਸੰਸਥਾ ਹੈ ਜਿਹੜੀ ਕੰਮ ਕਰ ਰਹੀ ਹੈ? ਦੂਸਰਾ ਸਵਾਲ ਮੈਂ ਇਹਨਾਂ ਨੂੰ ਪੁੱਛਿਆ ਸੀਗਾ ਕਿ ਪੰਜਾਬ ਰਾਜ ਦੇ ਵਿੱਚ ਸਰਕਾਰ ਸੰਬੰਧਿਤ ਜ਼ਿਲ੍ਹੇ ਵਿੱਚ ਚੱਲ ਰਹੀ ਗਊਸ਼ਾਲਾ ਪੰਜਾਬ ਰਾਜ ਦੇ ਲੋਕਾਂ ਦੇ ਵੱਲੋਂ ਕੀ ਕੋਈ ਟੈਕਸ ਜਾਂ ਕੋਈ ਸਹਿਯੋਗ ਲਿਆ ਜਾ ਰਿਹਾ? ਜੇ ਹੈਗਾ ਤੇ ਉਹ ਕਿੰਨਾ ਆ? ਤੇ ਉਹਦਾ ਮੈਨੂੰ ਇਹ ਜਵਾਬ ਦਿੰਦੇ ਨੇ, ਕਹਿੰਦੇ ਜੀ ਇਹ ਸੂਚਨਾ ਸਥਾਨਕ ਸਰਕਾਰ ਵਿਭਾਗ ਪੰਜਾਬ ਨਾਲ ਸੰਬੰਧਿਤ ਹੈ। ਇਹਦਾ ਜਵਾਬ ਵੀ ਕਾਊ ਸੈਸ ਕਮਿਸ਼ਨ ਕੋਲ ਨਹੀਂ ਹੈ ਜੀ। ਉਸ ਤੋਂ ਬਾਅਦ ਮੈਂ ਤੀਸਰਾ ਸਵਾਲ ਇਹਨਾਂ ਨੂੰ ਪੁੱਛਿਆ ਕਿ ਪੰਜਾਬ ਸਰਕਾਰ ਦੁਆਰਾ ਸੰਚਾਲਿਤ ਗਊਸ਼ਾਲਾ ਕੇਂਦਰ ਸਰਕਾਰ ਵੱਲੋਂ ਕੀ ਇਹਨਾਂ ਨੂੰ ਕੋਈ ਫੰਡ ਆਇਆ? ਜ਼ਰੂਰੀ ਨਹੀਂ ਪੰਜਾਬ ਸਰਕਾਰੀ ਆ, ਹੋ ਸਕਦਾ ਕਿਤੇ ਕੇਂਦਰ ਵੱਲੋਂ ਕੋਈ ਫੰਡ ਆਇਆ ਹੋਵੇ, ਸੈਂਟਰ ਗਵਰਨਮੈਂਟ ਵੱਲੋਂ। ਤੇ ਉਹਦਾ ਮੈਨੂੰ ਤੀਜੇ ਨੰਬਰ ਤੇ ਜਵਾਬ ਦਿੰਦੇ ਆ ਇਸ ਸੰਬੰਧੀ ਸੂਚਨਾ ਪੰਜਾਬ ਗਊ ਸੇਵਾ ਕਮਿਸ਼ਨ ਕੋਲ ਉਪਲਬਧ ਨਹੀਂ ਹੈ। ਦੱਸੋ, ਇਹਨਾਂ ਕੋਲੇ ਜਾਤੇ ਕਹਿੰਦੇ ਵੀ ਨਹੀਂ ਆਇਆ ਤੇ ਮੈਨੂੰ ਸਮਝ ਆਉਂਦੀ ਸੀ ਵੀ ਕੇਂਦਰ ਸਰਕਾਰ ਨੇ ਕੋਈ ਪੈਸੇ ਨਹੀਂ ਦਿੱਤੇ, ਪਰ ਇਹ ਤੇ ਕਹਿੰਦੇ ਸਾਡੇ ਕੋਲ ਸੂਚਨਾ ਹੀ ਉਪਲਬਧ ਨਹੀਂ ਹੈ। ਉਸ ਤੋਂ ਬਾਅਦ ਮੈਂ ਇਹਨਾਂ ਨੂੰ ਪੁੱਛਿਆ ਵੀ ਪੰਜਾਬ ਰਾਜ ਦੇ ਵਿੱਚ ਚੱਲ ਗਊਸ਼ਾਲਾ ਵਿੱਚ ਕੀ ਦਾਨ? ਦੇਖੋ, ਹਰ ਗਊਸ਼ਾਲਾ ਵਿੱਚ ਹਰ ਬੰਦਾ ਦਾਨ ਕਰਦਾ ਕਿਉਂਕਿ ਉੱਥੇ ਉਹਨਾਂ ਦਾ ਨਿੱਜੀ ਹਿੱਤ ਹੋ ਸਕਦੇ ਆ, ਉਹਨਾਂ ਦੇ ਧਾਰਮਿਕ ਰੀਜ਼ਨ ਹੋ ਸਕਦੇ ਆ, ਮੈਂ ਨਹੀਂ ਉਹਦੇ ਬਾਰੇ ਕਹਿ ਸਕਦਾ। ਲੇਕਿਨ ਇੱਥੇ ਆਪਾਂ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿੰਨੀਆਂ ਗਊਸ਼ਾਲਾ ਚੱਲਦੀਆਂ ਉਹਦੇ ਵਿੱਚ ਦਾਨ ਤੇ ਦਿੱਤਾ ਜਾਂਦਾ। ਮੈਂ ਕਾਊ ਸੈਸ ਕਮਿਸ਼ਨ ਨੂੰ ਪੁੱਛਿਆ ਕਿ ਦਾਨ ਸਹਿਯੋਗ ਦੀ ਰਾਸ਼ੀ ਤੁਹਾਨੂੰ ਕਿੰਨੀ ਮਿਲਦੀ ਆ, ਇਹਨੂੰ ਕਿਹੜਾ ਜ਼ਿਲ੍ਹੇ ਦਾ ਅਫਸਰ ਕਲੈਕਟ ਕਰਦਾ ਆ, ਕੀ ਉਹਦੀਆਂ ਰਸੀਦਾਂ ਸੰਭਾਲੀਆਂ ਨੇ? ਉਹ ਹੈਗਾ ਤੇ ਮੈਨੂੰ ਉਹਦੀ ਜਾਣਕਾਰੀ 1/1/2016 ਤੱਕ ਦੀ ਦਿਓ। ਮੈਂ ਫਾਈਨੈਂਸ਼ੀਅਲ ਈਅਰ ਦੀ ਜਾਣਕਾਰੀ ਮੰਗੀ ਸੀ ਤੇ ਮੈਨੂੰ ਕਾਊ ਸੈਸ ਕਮਿਸ਼ਨ ਜਾਣਕਾਰੀ ਦਿੰਦਾ ਆ ਇਹ ਸੰਬੰਧੀ ਸੂਚਨਾ ਪੰਜਾਬ ਗਊ ਸੇਵਾ ਕਮਿਸ਼ਨ ਕੋਲ ਉਪਲਬਧ ਨਹੀਂ ਹੈ। ਇਹਨਾਂ ਕੋਲ ਜਿਹੜੀ ਦਾਨ ਆ ਰਿਹਾ ਉਹਦੀ ਕੋਈ ਨੌਲੇਜ ਹੀ ਨਹੀਂ ਹੈਗੀ ਵੀ ਉਹ ਕਿੰਨਾ ਆ ਰਿਹਾ। ਇਹ ਤੁਸੀਂ ਦੱਸੋ ਕੀ ਇਹ ਘਪਲਾ ਨਹੀਂ ਹੈ? ਉਸ ਤੋਂ ਬਾਅਦ ਮੈਂ ਇਹਨਾਂ ਨੂੰ ਪੰਜਵਾਂ ਸਵਾਲ ਪੁੱਛਦਾ ਹਾਂ ਕਿ ਪੰਜਾਬ ਰਾਜ ਦੇ ਵਿੱਚ ਚੱਲ ਰਹੀ ਸਰਕਾਰੀ ਗਊਸ਼ਾਲਾ ਕਿਹੜੇ ਨਿਯਮ ਕਿਹੜੇ ਐਕਟ ਦੇ ਤਹਿਤ ਚਲਾਈ ਜਾ ਰਹੀ ਹੈ? ਉਹਦਾ ਮੈਨੂੰ ਇੱਕ ਜਵਾਬ ਇਹਨਾਂ ਨੇ ਦਿੱਤਾ ਜਿਹਦੇ ਵਿੱਚ ਇਹ ਮੇਰੇ ਕੋਲ ਪਹਿਲਾਂ ਹੀ ਸੀਗਾ, ਐਕਟ ਦੀ ਕਾਪੀ ਇਹਨਾਂ ਨੇ ਮੈਨੂੰ ਦਿੱਤੀ ਕਿ ਆਹ ਐਕਟ ਦੇ ਤਹਿਤ ਅਸੀਂ ਚੱਲ ਰਹੇ ਹਾਂ। ਉਹ ਜਦੋਂ ਮੈਂ ਐਕਟ ਨੂੰ ਪੜ੍ਹਿਆ ਤੇ ਇਹਨਾਂ ਦੇ ਅਕੋਰਡਿੰਗ ਇੱਕ ਵੀ ਕੰਮ ਐਕਟ ਦੇ ਅਕੋਰਡਿੰਗ ਨਹੀਂ ਚੱਲ ਰਿਹਾ, ਸਾਰਾ ਕੁਝ ਇਹ ਆਪਣੀ ਮਰਜ਼ੀ ਕਰ ਰਹੇ ਨੇ। ਫਿਰ ਮੈਨੂੰ 6ਵਾਂ ਸਵਾਲ ਪੁੱਛਿਆ ਕਿ ਸਰਕਾਰੀ ਗਊਸ਼ਾਲਾ ਦੇ ਵਿੱਚ ਜਦੋਂ ਗਾਵਾਂ ਜਾਂ ਬਛੜੇ ਮਰ ਜਾਂਦੇ ਨੇ, ਕਿਉਂਕਿ ਓਬਵੀਅਸ ਆ ਜੇ ਉਹ ਹੈਗੇ ਆ ਤੇ ਕਿਸੇ ਬਿਮਾਰੀ ਕਰਕੇ ਐਕਸੀਡੈਂਟ ਕਰਕੇ ਉਹ ਮਰਦੇ ਵੀ ਹੋਣੇ ਆ, ਜਦੋਂ ਮਰ ਜਾਂਦੇ ਆ ਤੇ ਉਹਨਾਂ ਦੇ ਜਿਹੜੇ ਸਰੀਰ ਆ ਉਹਨਾਂ ਦਾ ਕਾਊ ਸੈਸ ਕਮਿਸ਼ਨ ਕੀ ਕਰਦਾ ਆ? ਕੀ ਉਹਨਾਂ ਨੂੰ ਅਗਨੀ ਭੇਟ ਕਰਦਾ ਆ ਜਾਂ ਦਫਨਾਉਂਦਾ ਆ? ਕਿ ਉਹਨਾਂ ਦੀ ਪੋਸਟਮਾਰਟਮ ਕਰਦੇ ਆ? ਕਿ ਉਹ ਪੋਸਟਮਾਰਟਮ ਦੀ ਰਿਪੋਰਟਾਂ ਉਹ ਰੱਖਦੇ ਆ? ਮੈਂ ਇਹਨਾਂ ਨੂੰ ਪੁੱਛਿਆ ਤੇ ਇਹ ਕਾਊ ਸੈਸ ਕਮਿਸ਼ਨ ਮੈਨੂੰ ਜਵਾਬ ਕੀ ਦਿੰਦਾ ਆ? ਕਹਿੰਦਾ ਜੀ ਇਹਦੀ ਜਾਣਕਾਰੀ ਸਾਡੇ ਕੋਲ ਉਪਲਬਧ ਨਹੀਂ ਹੈ। ਕਾਊ ਸੈਸ ਕਮਿਸ਼ਨ ਬਣਾਇਆ ਵਾ ਔਰ ਉਹਦੇ ਕੋਲ ਗਾਵਾਂ ਦੇ ਸ਼ਵਾਂ ਦੀ ਕੋਈ ਰਿਪੋਰਟ ਨਹੀਂ ਆ ਕਿ ਉਹ ਕਿੱਦਾਂ ਮਰੇ, ਕਿਉਂ ਮਰੇ, ਉਹਨਾਂ ਨੂੰ ਸਾੜਿਆ ਜਾਂ ਉਹਨਾਂ ਨੂੰ ਅਗਨੀ ਭੇਟ ਕੀਤਾ ਜਾਂ ਉਹਨਾਂ ਨੂੰ ਦਫਨਾਇਆ, ਕੁਝ ਨਹੀਂ ਪਤਾ ਜੀ। ਕਾਊ ਸੈਸ ਕਮਿਸ਼ਨ ਕੀ ਕਰ ਰਿਹਾ ਮੇਰੀ ਸਮਝ ਤੋਂ ਬਾਹਰ ਹੈ। ਇਹਨਾਂ ਦਾ ਮੈਂ 7ਵਾਂ ਸਵਾਲ ਕੀਤਾ ਕਿ ਸਰਕਾਰ ਦੁਆਰਾ ਸੰਚਾਲਿਤ ਜਿੰਨੀਆਂ ਗਊਸ਼ਾਲਾ ਦੇ ਕਰਮਚਾਰੀ ਕਿੰਨੇ ਨੇ, ਉਹਨਾਂ ਨੂੰ ਕਿਹਨੇ ਨਿਯੁਕਤ ਕੀਤਾ, ਉਹਨਾਂ ਨੂੰ ਕੀ ਕੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਦੀ ਤਨਖਾਹਾਂ ਕਿੰਨੀਆਂ ਨੇ? ਮੈਂ ਕਿਹਾ ਜੀ ਪ੍ਰਤੀਕ ਜ਼ਿਲ੍ਹੇ ਵਾਈਜ਼ ਮੈਨੂੰ ਇਹਦੀ ਸੂਚਨਾ ਦਿੱਤੀ ਜਾਵੇ। ਤੇ ਮੈਨੂੰ ਜਵਾਬ ਆਂਦਾ, ਕਹਿੰਦੇ ਜੀ ਇਸ ਸੰਬੰਧੀ ਸੂਚਨਾ ਪੰਜਾਬ ਗਊ ਸੇਵਾ ਕਮਿਸ਼ਨ ਕੋਲ ਉਪਲਬਧ ਨਹੀਂ ਹੈ। ਉਸ ਤੋਂ ਬਾਅਦ ਜਿਹੜਾ ਆਖਰੀ ਸਵਾਲ ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਪੰਜਾਬ ਰਾਜ ਸਰਕਾਰ ਗਊਸ਼ਾਲਾ में ਕੀ ਕੋਈ ਪਲਾਂਟ ਲਾਇਆ? ਕਿਉਂਕਿ ਆਪਾਂ ਸਾਰਿਆਂ ਨੂੰ ਪਤਾ, ਹੁਣ ਇੱਕ ਬੜੀ ਇੰਪੋਰਟੈਂਟ ਗੱਲ ਹੈ ਕਿ ਕੀ ਪੰਜਾਬ ਗਊ ਮੂਤਰ ਇੰਡੀਆ ਦੇ ਵਿੱਚ ਸਾਨੂੰ ਪਤਾ ਕਿ ਕੀ ਉਹ ਇਹਦੇ ਧਾਰਮਿਕ ਰੀਜ਼ਨ ਨੇ, ਗਊ ਮੂਤਰ ਵਿਕ ਰਿਹਾ ਹੈ, ਗਊ ਗੋਬਰ ਜਿਹੜਾ ਉਹ ਵੀ ਵਿਕ ਰਿਹਾ ਹੈ, ਗਾਵਾਂ ਦਾ ਦੁੱਧ ਵਿਕਦਾ ਆ, ਉਹ ਤੋਂ ਖਾਦ ਵੀ ਬਣਾਈ ਜਾ ਰਹੀ ਹੈ ਗਊ ਤੋਂ, ਗਊ ਮੂਤਰ ਤੋਂ ਔਰ ਗੋਬਰ ਤੋਂ, ਉਹ ਤੋਂ ਫਰਨੈਲ ਵੀ ਬਣਾਈ ਜਾਂਦੀ ਆ, ਗੋਬਰ ਗੈਸ ਪਲਾਂਟ ਵੀ ਲੱਗਦਾ ਆ। ਇੰਨੇ ਸਾਰੇ ਹੋਣ ਕਰਕੇ ਮੈਂ ਇਹਨੂੰ ਪੁੱਛਿਆ ਵੀ ਕੀ ਸਰਕਾਰ ਗਊਸ਼ਾਲਾ ਤੋਂ ਕੋਈ ਆਮਦਨੀ ਵੀ ਕਰ ਰਹੀ ਹੈ? ਜੇ ਕਰ ਰਹੀ ਆ ਤੇ ਮੈਨੂੰ ਉਹਦੀ ਜਾਣਕਾਰੀ ਜਿਹੜੀ ਆ 2 ਸਾਲ ਫਾਈਨੈਂਸ਼ੀਅਲ ਈਅਰ ਦੀ ਦਿੱਤੀ ਜਾਵੇ। ਤੇ ਮੈਨੂੰ ਉਹ ਜਵਾਬ ਦਿੰਦੇ ਆ ਕਿ ਇਸ ਸੰਬੰਧੀ ਸੂਚਨਾ ਪੰਜਾਬ ਗਊ ਸੇਵਾ ਕਮਿਸ਼ਨ ਕੋਲ ਉਪਲਬਧ ਨਹੀਂ ਹੈ। ਆ ਮੇਰੇ 8 ਸਵਾਲ ਸੀ ਤੇ ਉਹਨਾਂ ਨੇ ਨੁਕਤਾ ਵਾਈਜ਼ ਮੈਨੂੰ ਉਹਦਾ ਜਵਾਬ ਦਿੱਤਾ 1 by 1 ਔਰ ਉਹ ਕਹਿੰਦੇ ਜੀ ਸਾਡੇ ਕੋਲੇ ਜਾਣਕਾਰੀ ਨਹੀਂ ਹੈ। ਹੁਣ ਤੁਸੀਂ ਦੱਸੋ
ਕਿ ਇਹ ਕਪਲਾ ਨਹੀਂ ਹੈ। ਇਹ ਕਿਵੇਂ, ਕਿਹੜਾ ਗਊ ਸੈਸ ਕਮਿਸ਼ਨ ਆ ਜਿਹਦੇ ਕੋਲ ਕਾਓ ਸੈਸ ਤੋਂ ਰਿਲੇਟਡ ਕੋਈ ਜਾਣਕਾਰੀ ਨਹੀਂ ਹੈ? ਟੈਕਸ ਜਾ ਰਿਹਾ, ਉਹ ਜਾ ਕਿੱਥੇ ਰਿਹਾ ਸਾਨੂੰ ਕੋਈ ਪਤਾ ਨਹੀਂ। ਉਹ ਕਿਸੇ ਗਊ ਨੂੰ, ਗਊਸ਼ਾਲਾ ਨੂੰ ਭੇਜਿਆ, ਕੈਟਲ ਪਾਊਂਡ ਕਮੇਟੀ ਨੂੰ ਭੇਜਿਆ, ਕੋਈ ਜਾਣਕਾਰੀ ਨਹੀਂ। ਨਾ ਇਹਨਾਂ ਦੇ ਮਰਿਆਂ ਦਾ ਪਤਾ ਆ, ਨਾ ਇਹਨਾਂ ਦੇ ਜੁੰਦਿਆਂ ਦਾ ਪਤਾ ਆ। ਔਰ ਜਦ ਕਿ ਮੈਂ ਕਹਿੰਦਾ ਪੰਜਾਬ ਸਰਕਾਰ ਤੇ ਸਾਨੂੰ ਟੈਕਸ ਲਾਉਣ ਦੀ ਲੋੜ ਹੀ ਨਹੀਂ। ਪੰਜਾਬ ਦੇ ਲੋਕੀ, ਪੰਜਾਬ ਸਰਕਾਰ ਤਾਂ ਅੱਗੇ ਕਰਜ਼ੇ ਥੱਲੇ ਜਾ ਰਹੀ ਹੈ, ਉਹਦੇ ਵਿੱਚ ਸਾਨੂੰ ਟੈਕਸ ਦੇ ਥੱਲੇ ਕਿਉਂ ਮਾਰਿਆ ਜਾ ਰਿਹਾ? ਕਾਓ ਸੈਸ ਤੁਸੀਂ ਕਿਉਂ ਲਾ ਰਹੇ ਜੇ? ਸਾਨੂੰ ਦੇਣਾ ਹੀ ਨਹੀਂ ਹੈ। ਜਦ ਕਿ ਗਊਸ਼ਾਲਾ ਸਰਕਾਰੀ ਬਣਾ ਕੇ ਉਹਦੇ ਵਿੱਚ ਇੰਨਾ ਉਤਪਾਦਨ ਕੀਤਾ ਜਾ ਸਕਦਾ ਕਿ ਉਹਨਾਂ ਨਾਲ ਹੀ ਉਹਨਾਂ ਗਊਸ਼ਾਲਾ ਕਮੇਟੀਆਂ ਨੂੰ ਬੜੇ ਵਧੀਆ ਢੰਗ ਨਾਲ ਚਲਾਇਆ ਜਾ ਸਕਦਾ, ਕਿਉਂਕਿ ਗਾਂ ਦਾ ਦੁੱਧ ਵਿਕਦਾ ਆ, ਗਾਂ ਦਾ ਗੋਬਰ ਦੇ ਉੱਤੇ ਗੈਸ ਪਲਾਂਟ ਲਾ ਸਕਦੇ ਆ। ਉਹ ਹੁਣੇ ਇੱਕ 150 ਸਾਲਾਂ ਦੇ ਵਿੱਚ ਸੁਲਤਾਨਪੁਰ ਵਿੱਚ ਵੀ ਇੱਕ ਪਲਾਂਟ ਲਾਇਆ ਸੀਗਾ, ਸੁਲਤਾਨਪੁਰ ਸਾਹਿਬ ਦੇ ਵਿੱਚ, ਜਿੱਥੇ ਗੋਬਰ ਤੋਂ ਲੱਕੜਾਂ ਬਣਾਈਆਂ ਗਈਆਂ ਸੀ, ਤਾਂ ਕਿ ਇੱਕ ਲੋਕਾਂ ਨੂੰ ਮੈਸੇਜ ਦਿੱਤਾ ਜਾਵੇ ਕਿ ਉਹਦੇ ਨਾਲ ਤੁਸੀਂ ਪੇੜ ਨਾ ਵੱਢੋ, ਤਾਂ ਕਿ ਜਦੋਂ ਕਿਸੇ ਨੂੰ ਡੈਥ ਸੈਰੇਮਨੀ ਕਿਸੇ ਦੀ ਹੁੰਦੀ ਹੈ, ਕਿਸੇ ਨੂੰ ਅਗਨੀ ਭੇਂਟ ਕਰਨਾ ਹੋਵੇ, ਤੇ ਉਹ ਇੱਕ ਲੱਕੜ ਦਾ ਕੰਮ ਕਰਦੇ ਸੀਗੇ ਕਿ ਅਸੀਂ ਉਹ ਪਲਾਂਟ ਬੜੇ ਸਸਤੇ ਨੇ, 50-50 ਲੱਖ ਦੇ ਪਲਾਂਟ ਲਿਖੇ ਸੀ, ਉਹ ਨਹੀਂ ਲਾ ਸਕਦੇ। ਗਾਂ ਦੇ ਗੋਬਰ ਦੇ ਉਪਲੇ ਬਣਾ ਕੇ ਵੇਚੇ ਜਾ ਸਕਦੇ ਨੇ। ਗਊ ਮੂਤਰ ਫਿਲਟਰ ਕਰਕੇ ਅਸੀਂ ਉਹਨੂੰ ਸੇਲ ਕਰ ਸਕਦੇ ਹਾਂ, ਉਸ ਤੋਂ ਫਰਨੈਲ ਬਣਦੀ ਆ, ਉਸ ਤੋਂ ਬਾਅਦ ਕੇਚੂਏ ਦੀ ਖਾਦ ਬਣਦੀ ਆ। ਅਸੀਂ ਇੰਨਾ ਸਾਰਾ ਉਹ ਯੂਜ਼ ਕਰਕੇ ਸਾਨੂੰ ਤੇ ਕਾਓ ਸੈਸ ਕਮਿਸ਼ਨ ਦੀ ਲੋੜ ਹੀ ਨਹੀਂ, ਸਾਨੂੰ ਤੇ ਟੈਕਸ ਦੀ ਲੋੜ ਨਹੀਂ ਹੈ। ਕਿਉਂ ਪੰਜਾਬ ਸਰਕਾਰ ਆਮ ਲੋਕਾਂ ਨੂੰ ਮਰਵਾ ਰਹੀ ਹੈ? ਇਹ ਤੋਂ ਪਤਾ ਲੱਗਦਾ ਕਿ ਇਹ ਜਿਹੜਾ ਕਾਓ ਸੈਸ ਟੈਕਸ ਜਿਹੜਾ ਲਾਇਆ ਜਾਂ ਸੈਸ ਲਾਇਆ ਆ, ਇਹ ਸਿਰਫ ਆਪਣੇ ਘਾਟੇ ਪੂਰੇ ਕਰਨ ਲਈ ਜਾਂ ਆਪਣੇ ਮੰਤਵ ਨੂੰ ਪੂਰੇ ਕਰਨ ਲਈ ਯੂਜ਼ ਕਰ ਰਹੀ ਆ। ਆਮ ਪਬਲਿਕ ਨੂੰ ਜਾਂ ਗਾਵਾਂ ਨੂੰ ਇਹਨਾਂ ਦੀ ਕੋਈ ਲੋੜ ਨਹੀਂ, ਨਾ ਉਹਨੂੰ ਮਦਦ ਪਹੁੰਚ ਰਹੀ ਹੈ। ਜਿਹੜੀ ਇਹ ਆਰਟੀਆਈ ਤੁਸੀਂ ਮੰਗੀ ਆ, ਸਰਕਾਰ ਨੇ ਤੁਹਾਨੂੰ ਆਰਟੀਆਈ ਦਾ ਕੋਈ ਜਵਾਬ ਸਪਸ਼ਟੀਕਰਨ ਨਹੀਂ ਦਿੱਤਾ, ਉਸ ਆਰਟੀਆਈ ਨੂੰ ਲੈ ਕੇ ਤੁਸੀਂ ਅੱਜ ਸਰਕਾਰ ਨੂੰ ਕੀ ਮਤਲਬ ਮੈਸੇਜ ਦੇਣਾ ਚਾਹੁੰਦੇ ਆ, ਔਰ ਕੀ ਇਸ ਐਕਟ ਵਾਸਤੇ ਪਹਿਲ ਕਦਮੀ ਹੋਣੀ ਚਾਹੀਦੀ? ਦੇਖੋ ਜੀ, ਸਭ ਤੋਂ ਪਹਿਲੀ ਐਕਟ ਦੀ ਮੇਰੀ ਇਹ ਪਹਿਲ ਕਦਮੀ ਇਹ ਆ, ਮੈਂ ਕਹਿੰਦਾ ਕੁਝ ਵੀ ਨਾ ਕਰਨ। ਆ ਜੋ ਐਕਟ ਬਣਾਇਆ ਆ ਨਾ, ਇਹਦੇ ਅਕੋਰਡਿੰਗ ਹੀ ਜੇ ਇਹ ਕੰਮ ਕਰ ਜਾਣ ਤੇ ਮੈਂ ਕਹਿੰਦਾ ਸਾਨੂੰ ਕੋਈ ਡਿਮਾਂਡ ਕਰਨ ਦੀ ਲੋੜ ਨਹੀਂ ਪੈਣੀ। ਸਭ ਕੁਝ ਇਹਦੇ 'ਚ ਲਿਖਿਆ ਹੋਇਆ ਵਾ, ਪਰ ਇਹਦੇ ਅਕੋਰਡਿੰਗ ਮੈਂ ਸਮਝਦਾ 5 ਪੈਸੇ ਵੀ ਅਪਲਾਈ ਔਨ ਗਰਾਊਂਡ ਨਹੀਂ ਹੈਗਾ। ਗਰਾਊਂਡ ਰਿਪੋਰਟ ਇਹਦੀ ਜ਼ੀਰੋ ਆ। ਔਰ ਉਸ ਤੋਂ ਇਲਾਵਾ ਪੰਜਾਬ ਸਰਕਾਰ ਇੰਨੇ ਟੈਕਸ ਲਾਏ ਹੋਏ ਆ, ਮੈਂ ਤੁਹਾਨੂੰ ਗਿਣਾਇਆ ਕਿ 9 ਤਰ੍ਹਾਂ ਦੇ ਕਾਓ ਸੈਸ ਲਾਇਆ ਹੋਇਆ। ਉਹ ਕਾਓ ਸੈਸ ਜੇ ਲਾਇਆ ਆ ਤੇ ਉਹਨੂੰ ਉਹਨਾਂ ਬੇਜ਼ੁਬਾਨ ਜਾਨਵਰਾਂ ਤੱਕ ਪਹੁੰਚਾਓ। ਇਹ ਗੱਲ ਮੈਂ ਧਰਮ ਜਾਤੀ ਤੋਂ ਉੱਪਰ ਉੱਠ ਕੇ ਕਹਿਣੀ ਚਾਹੁੰਦਾ ਵੀ ਗੱਲ ਇਕੱਲੇ ਇੱਕ ਧਰਮ ਦੀ ਨਹੀਂ ਆ। ਵੀ ਠੀਕ ਆ, ਅਸੀਂ ਮੰਨਦੇ ਆ ਵੀ ਗਊ ਦਾ ਹਿੰਦੂ ਧਰਮ ਦੇ ਵਿੱਚ ਇੱਕ ਮਾਨਵਤਾ ਮੰਨਿਆ ਜਾਂਦਾ ਆ, ਉਹਦੇ ਮੰਨਣਾ ਆ, ਲੇਕਿਨ ਮੈਂ ਇਹ ਇਨਸਾਨੀਅਤ ਦੀ ਗੱਲ ਕਰ ਰਿਹਾ, ਕਿਉਂਕਿ ਜਦੋਂ ਉਹ ਅਵਾਰਾ ਪਸ਼ੂ, ਉਹ ਭਾਵੇਂ ਗਾਂ ਹੋਵੇ ਜਾਂ ਕੋਈ ਹੋਰ ਹੋਵੇ, ਉਹ ਜਦੋਂ ਰੋਡ ਦੇ ਉੱਤੇ ਆ ਕੇ ਆਪਣਾ ਆਤੰਕ ਮਚਾਉਂਦੇ ਨੇ ਤੇ ਇੱਕ ਪਰਿਵਾਰ ਪੂਰਾ ਉਜੜ ਜਾਂਦਾ ਆ। ਉਹ ਕਿਸੇ ਦਾ ਬੱਚਾ ਵੀ ਮਰ ਸਕਦਾ, ਉਹ ਖੁਦ ਕਮਾਉਣ ਵਾਲਾ ਮਰ ਸਕਦਾ, ਤੇ ਇਹਦੇ ਨਾਲ ਘੱਟੋ ਘੱਟ ਤੁਸੀਂ ਉਹਨੂੰ ਗਊਸ਼ਾਲਾ 'ਚ ਪਹੁੰਚਾ ਕੇ ਇੱਥੇ ਕਰ ਲਈ। ਮੈਂ ਅਜੇ ਸ਼ਰਮਾ, ਪੰਜਾਬ ਪ੍ਰਧਾਨ ਰਾਸ਼ਟਰੀ ਹਿੰਦੁਸਤਾਨ ਸ਼ਕਤੀ ਦਲ, ਮੈਂ ਅੱਜ ਪੰਜਾਬ ਸਰਕਾਰ ਤੋਂ ਇਹ ਡਿਮਾਂਡ ਕਰਦਾ ਹਾਂ, ਮੰਗ ਕਰਦਾ ਹਾਂ ਕਿ ਬੇਜ਼ੁਬਾਨਾਂ ਜਾਨਵਰਾਂ ਦਾ ਪੈਸਾ, ਉਹ ਬੋਲ ਕੇ ਨਹੀਂ ਉਹਨਾਂ ਨੇ ਕਹਿਣਾ, ਉਹਨਾਂ ਬੇਜ਼ੁਬਾਨਾਂ ਦਾ ਪੈਸਾ, ਉਹਨਾਂ ਦਾ ਹੱਕ ਜਿਹੜਾ ਆ, ਉਹਨਾਂ ਗਊਸ਼ਾਲਾ ਨੂੰ ਦਿੱਤਾ ਜਾਵੇ, ਤਾਂ ਕਿ ਐਟਲੀਸਟ ਉਹਨਾਂ ਦਾ ਹੱਕ ਤੇ ਉਹਨਾਂ ਨੂੰ ਮਿਲੇ, ਕੋਈ ਹੋਰ ਟੱਬਰ ਉਜੜਨ ਤੋਂ ਬਚ ਜਾਵੇ। ਔਰ ਅਗਰ ਇਹ ਤੇ 144 ਲੱਗੀ ਹੋਈ ਆ, ਕਿਉਂਕਿ ਅਸੀਂ ਸਰਕਾਰ ਦੇ ਆਰਡਰ ਵੀ ਮੰਨਣੇ ਆ, ਨਹੀਂ ਤੇ ਬਹੁਤ ਛੇਤੀ ਅਸੀਂ ਸੜਕਾਂ ਤੇ ਉਤਰਾਂਗੇ ਔਰ ਇਹਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਭੁਗਤਣਾ ਪਏਗਾ। ਦੱਸ ਦਈਏ ਕਿ ਸਰਕਾਰ ਵੱਲੋਂ ਹਰ ਚੀਜ਼ ਦੀ ਖਰੀਦੋ ਫਰੋਖਤ, ਇੱਥੋਂ ਤੱਕ ਕਿ ਬਿਜਲੀ ਦੇ ਬਿੱਲਾਂ ਉੱਤੇ ਵੀ ਗਊ ਸੈਸ ਲਿਆ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਵੀ ਅਵਾਰਾ ਪਸ਼ੂਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਅਤੇ ਨਾਲ ਹੀ ਅਵਾਰਾ ਪਸ਼ੂ ਵੱਡੇ ਹਾਦਸਿਆਂ ਦਾ ਕਾਰਨ ਵੀ ਬਣਦੇ ਜਾ ਰਹੇ ਨੇ। ਕਪੂਰਥਲਾ ਤੋਂ ਅੰਮ੍ਰਿਤਪਾਲ ਬਾਜਵਾ ਦੀ ਰਿਪੋਰਟ, ਸਪੋਕਸਮੈਨ ਟੀਵੀ।